ਤੁਸੀਂ ਵੇਖ ਰਹੇ ਹੋ ਪੰਜਾਬੀ ਉਰਦੂ ਟੀਵੀ ਤੇ ਮੈਂ ਹਸਨੈਨ ਨਕਵੀ। ਜਦੋਂ ਤੋਂ ਇਹ ਚੈਨਲ ਬਣਿਆ ਹੈ ਉਦੋਂ ਤੋਂ ਅਸੀਂ ਜਿੰਨੀਆਂ ਵੀ ਹੁਣ ਤੱਕ ਇਹਦੇ ਤੇ ਵੀਡੀਓਜ਼ ਅਪਲੋਡ ਕੀਤੀਆਂ ਨੇ, ਜਿੰਨੀਆਂ ਵੀ ਸੀਰੀਜ਼ ਕੀਤੀਆਂ ਨੇ ਔਰ ਜਿੰਨੇ ਵੀ ਵਲੌਗ ਕੀਤੇ ਨੇ ਉਹ ਸਾਰੇ ਤਕਰੀਬਨ ਜ਼ਿਆਦਾਤਰ ਸਨ ਉਰਦੂ ਵਿੱਚ, ਜ਼ਿਆਦਾਤਰ ਕੀ ਸਨ ਹੀ ਉਰਦੂ ਵਿੱਚ। ਤੇ ਸਿਵਾਏ ਇੱਕ ਦੋ ਨਜ਼ਮਾਂ ਦੇ ਜਿਹੜੀਆਂ ਕਿ ਪੰਜਾਬੀ 'ਚ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ। ਚੈਨਲ ਦਾ ਨਾਮ ਵੀ ਪੰਜਾਬੀ ਉਰਦੂ ਟੀਵੀ ਇਸੇ ਲਈ ਰੱਖਿਆ ਕਿ ਅਸੀਂ ਵੀ ਮਲਗੂਬਾ ਵਾਂ, ਖਸੂਸਨ ਪੰਜਾਬ ਵਿੱਚ ਰਹਿਣ ਵਾਲੇ। ਅਸੀਂ ਬੇਅਕ ਵਕਤ ਉਰਦੂ ਵੀ ਬੋਲ ਰਹੇ ਹੁੰਦੇ ਹਾਂ ਔਰ ਪੰਜਾਬੀ ਵੀ ਬੋਲ ਰਹੇ ਹੁੰਦੇ ਹਾਂ। ਸਾਡਾ ਪੰਜਾਬੀ ਅਗਰ ਅਸੀਂ ਬੋਲ ਰਹੇ ਹੋਈਏ ਤਾਂ ਲਹਿਜਾ ਤਕਰੀਬਨ ਉਰਦੂ ਹੁੰਦਾ ਹੈ ਔਰ ਅਲਫਾਜ਼ ਕੁਝ, ਅਤੇ ਅਗਰ ਅਸੀਂ ਜਿਹੜਾ ਉਹ ਉਰਦੂ ਬੋਲ ਰਹੇ ਹੋਈਏ ਤਾਂ ਤਾਂ ਵੀ ਸਾਡਾ ਲਹਿਜਾ ਜਿਹੜਾ ਉਹ ਪੰਜਾਬੀ ਹੁੰਦਾ ਹੈ। ਔਰ ਸਾਨੂੰ ਬਹੁਤ ਸਾਰੇ ਐਸੇ ਉਰਦੂ ਦੇ ਅਲਫਾਜ਼ ਨੇ ਜਿਨ੍ਹਾਂ ਦਾ ਤਲੱਫੁਜ਼ ਸਾਡਾ ਪੰਜਾਬੀ ਸਾਡੇ ਮੂੰਹ ਵਿੱਚੋਂ ਆਪੇ ਨਿਕਲ ਪੈਂਦਾ। ਅਤੇ ਚੂँਕਿ ਮਲਗੂਬਾ ਜਿਹੇ ਹੈਗੇ ਆ, ਸਾਨੂੰ ਇਹ ਅਜੇ ਤੱਕ ਕਲੀਅਰ ਹੀ ਨਹੀਂ ਹੋ ਸਕਿਆ ਕਿ ਅਸੀਂ ਪੰਜਾਬੀ ਬਣਨਾ ਹੈ ਜਾਂ ਅਸੀਂ ਉਰਦੂਦਾਨ ਬਣਨਾ ਹੈ। ਬਹਰਹਾਲ ਇਸ ਵੀਡੀਓਜ਼ ਦੇ ਦੁਬਾਰਾ ਜੋੜੇ ਗਏ ਸਿਲਸਿਲੇ ਦੇ ਵਿੱਚ ਮੈਂ ਗੁਜ਼ਾਰਿਸ਼ ਕੀਤੀ ਸੀ ਕੁਝ ਦੋਸਤਾਂ ਅੱਗੇ ਕਿ ਬਈ ਤਜਾਵੀਜ਼ ਦਿਓ ਕਿ ਸਿਲਸਿਲਾ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਤੇ ਤੁਸੀਂ ਹੁਣ ਕੀ ਸੁਣਨਾ ਪਸੰਦ ਕਰੋਗੇ, ਜਾਂ ਅਸੀਂ ਕਿਸੇ ਸ਼ਖਸੀਅਤ 'ਤੇ ਦੁਬਾਰਾ ਗੱਲ ਕਰੀਏ ਜਿਸ ਤਰ੍ਹਾਂ ਕਿ ਸਾਡੀ ਗ੍ਰੇਟ ਥਿੰਕਰ ਸੀਰੀਜ਼ ਸੀ। ਔਰ ਉਸ ਤੋਂ ਬਾਅਦ ਅਸੀਂ ਇੱਕ ਪੰਜਾਬੀ ਫਰੀडम ਫਾਈਟਰਸ ਦੀ ਸੀਰੀਜ਼ ਕੀਤੀ ਜਿਹਦੇ ਵਿੱਚ ਅਸੀਂ 5 ਜਵਾਨ ਮਰਦ ਪੰਜਾਬੀ ਜਿਹੜੇ ਸਨ, ਅਬਦੁੱਲਾ ਭੱਟੀ ਔਰ ਨਿਜ਼ਾਮ ਲੋਹਾਰ, ਰਾਏ ਅਹਿਮਦ ਖਾਨ ਖਲ, ਭਗਤ ਸਿੰਘ ਅਤੇ ਪੋਰਸ, ਉਹਨਾਂ 'ਤੇ ਅਸੀਂ ਵੀਡੀਓਜ਼ ਬਣਾਈਆਂ। ਗ੍ਰੇਟ ਥਿੰਕਰ ਸੀਰੀਜ਼ 'ਚ ਵੀ ਬੜੇ ਵੱਡੇ ਨਾਮ ਸਨ ਸ਼ਾਮਿਲ ਔਰ ਉਹਦੇ 'ਚ ਖਸੂਸਨ ਇਹ ਚੀਜ਼ ਜ਼ਰਾ ਖਸੂਸੀ ਸੀ ਕਿ ਉਹਨਾਂ ਸ਼ਖਸੀਅਤ 'ਤੇ ਜਿੰਨੀਆਂ ਵੀ ਤੁਹਾਨੂੰ ਇੱਥੇ ਇੰਟਰਨੈਟ 'ਤੇ ਯੂਟਿਊਬ 'ਤੇ ਵੀਡੀਓਜ਼ ਮਿਲਦੀਆਂ ਨੇ ਉਹ ਸਾਰੀਆਂ ਸਿਰਫ ਇਹੀ ਹੁੰਦੀਆਂ ਨੇ ਕਿ ਜਨਾਬ ਆਗਾਜ਼ ਇੰਨੇ 'ਚ ਇਹ ਬੰਦਾ ਪੈਦਾ ਹੋਇਆ ਅਤੇ ਇਸ ਤਾਰੀਖ ਨੂੰ ਇਹ ਬੰਦਾ ਮਰ ਗਿਆ ਔਰ ਅੱਲਾ ਖੈਰ ਸੱਲਾ। ਉਹ ਸ਼ਖਸੀਅਤ ਦਾ ਕੰਮ ਕੀ ਸੀ, ਉਹ ਕਿਸ ਵਜ੍ਹਾ ਤੋਂ ਉਹਦਾ ਐਡਾ ਨਾਮ ਬਣਿਆ ਜਾਂ ਉਹਨੇ ਲੋਕਾਂ 'ਤੇ ਅਸਰ ਛੱਡਿਆ, ਉਹ ਕੰਮ ਦੇ ਬਾਰੇ ਕੋਈ ਡਿਟੇਲ ਜਿਹੜੀ ਹੈ ਉਹ ਨਹੀਂ ਮਿਲਦੀ। ਅਤੇ ਉਹ ਪੂਰੀ ਸੀਰੀਜ਼ ਯਾਸਰ ਜਵਾਦ ਸਾਹਿਬ ਦੀ ਇੱਕ ਕਿਤਾਬ ਸੀ ਜਿਹਦੇ 'ਚ ਅਜ਼ੀਮ ਮੁਫੱਕਿਰੀਨ ਦੀ ਜ਼ਿਕਰ ਸੀ। ਉਹ ਸਾਰੇ PhD ਲੋਕ ਨੇ, ਬੜੇ ਵੱਡੇ ਲੋਕ ਨੇ ਜਿਨ੍ਹਾਂ ਨੇ ਉਹ ਮੁਖਤਲਿਫ ਸ਼ਖਸੀਅਤ 'ਤੇ ਤਹਿਕੀਕੀ ਮਜ਼ਾਮੀਨ ਜਾਂ ਮਕਾਲੇ ਲਿਖੇ ਹੋਏ ਨੇ, ਅਤੇ ਟਰਾਂਸਲੇਟ ਉਹਨੂੰ ਕੀਤਾ ਯਾਸਰ ਜਵਾਦ ਸਾਹਿਬ ਨੇ। ਉਹ ਸਾਰੀ ਸੀਰੀਜ਼ ਅਸੀਂ ਕੀਤੀ। ਇਸ ਤੋਂ ਇਲਾਵਾ ਸੋਸ਼ਲ ਇਸ਼ੂਜ਼ 'ਤੇ ਵੀ ਅਸੀਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਔਰ ਖਸੂਸਨ ਪਾਕਿਸਤਾਨੀ ਸੁਸਾਇਟੀ ਦੇ ਜਿਹੜੇ ਸੋਸ਼ਲ ਇਸ਼ੂਜ਼ ਨੇ ਉਹਨਾਂ 'ਤੇ ਕੁਝ ਵੀਡੀਓਜ਼ ਸਨ। ਫਿਰ ਕੁਝ ਸੂਫੀਜ਼ਮ ਔਰ ਇਸਲਾਮ ਦੇ ਹਵਾਲੇ ਦੇ ਨਾਲ ਵੀ ਕੁਝ ਵੀਡੀਓਜ਼ ਬਣਾਈਆਂ ਸੀ, ਅਤੇ ਕੁਝ ਇੱਕ ਪੋਇਟਰੀ ਦਾ ਪੋਰਸ਼ਨ ਵੀ ਸੀ। ਉਹਦੇ 'ਚ ਕੁਝ ਨਜ਼ਮਾਂ ਜਿਹੜੀਆਂ ਸਨ ਉਹ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅਤੇ ਹੁਣ ਦੁਬਾਰਾ ਨਵੇਂ ਸਿਰੇ ਤੋਂ ਮੈਨੂੰ ਕੁਝ ਦੋਸਤਾਂ ਨੇ ਕਿਹਾ ਕਿ ਬਈ ਚੂँਕਿ ਇਸ ਚੈਨਲ ਦਾ ਨਾਮ ਪੰਜਾਬੀ ਉਰਦੂ ਟੀਵੀ ਤੂੰ ਇਹੀ ਸੋਚ ਕੇ ਰੱਖਿਆ ਸੀ ਅਤੇ ਲਿਹਾਜ਼ਾ ਪੰਜਾਬੀ ਦਾ ਕੁਝ ਕਲਾਮ ਜਾਂ ਪੰਜਾਬੀ ਵੀਡੀਓਜ਼ ਵੀ ਕੁਝ ਨਾ ਕੁਝ ਬਣਾਓ। ਅਤੇ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਮੈਂ ਚਾਹਾਂਗਾ ਕਿ ਤੁਹਾਨੂੰ ਥੋੜ੍ਹਾ ਪੰਜਾਬੀ ਜ਼ੁਬਾਨ ਦੀ ਜਿਹੜੀ ਚਾਸ਼ਨੀ ਔਰ ਮਿਠਾਸ ਹੈ ਉਹਦੇ ਤੋਂ ਥੋੜ੍ਹਾ ਜਿਹਾ ਮੁਤਾਰਫ ਕਰਵਾਵਾਂ। ਅਤੇ ਅੱਜ ਪਹਿਲੇ ਨੰਬਰ 'ਤੇ ਜਿਹੜੀ ਸ਼ਖਸੀਅਤ ਨੂੰ ਮੈਂ ਚੁਣਿਆ ਹੈ ਜਾਂ ਜਿਹਦੀ ਮੇਰਾ ਦਿਲ ਕੀਤਾ ਐਵੇਂ ਬੈਠਿਆਂ ਕਿ ਯਾਰ ਬਾਬੇ ਅਬੀਰ ਦੇ ਕਲਾਮ 'ਚੋਂ ਕੁਛ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਮੈਂ ਪੇਸ਼ ਕਰਾਂ। ਅਤੇ ਬਾਬਾ ਅਬੀਰ ਅਬੂ ਜ਼ਰੀ ਮੇਰੇ ਲੈਲਪੁਰ ਤੋਂ, ਫੈਸਲਾਬਾਦ ਤੋਂ ਇੱਕ ਸ਼ਾਇਰ ਸਨ ਔਰ ਬੜੇ ਕਮਾਲ ਸ਼ਾਇਰ ਸਨ। ਮੈਂ ਬਹੁਤ ਨਿੱਕਾ ਜਿਹਾ ਸਾਂ, ਮੇਰੀ ਬਾਬੇ ਨਾਲ ਇੱਕ ਹੀ ਮੁਲਾਕਾਤ ਹੈ। ਕੁਛ ਬਾਬੇ ਦੇ ਪ੍ਰਾਹੁਣੇ ਮੈਂ ਬਾਬੇ ਦੁਕਾਨ ਤੱਕ ਛੱਡਣ ਗਿਆ ਸੀ ਅਤੇ ਉੱਥੇ ਬਾਬੇ ਨਾਲ ਕੋਈ 2-4 ਮਿੰਟ ਗੱਪਸ਼ਪ ਦਾ ਜਾਂ ਗੁਫ਼ਤਗੂ ਕਰਨ ਦਾ ਮੈਨੂੰ ਮੌਕਾ ਮਿਲਿਆ। ਅਤੇ ਬੜੀ ਕਮਾਲ ਹਸਤੀ ਸੀ। 60 ਸਾਲ ਦੀ ਉਮਰ 'ਚ ਬਾਬੇ ਨੇ ਸ਼ਾਇਰੀ ਸ਼ੁਰੂ ਕੀਤੀ ਤਕਰੀਬਨ, ਅਤੇ 3 ਕਿਤਾਬਾਂ ਬਾਬੇ ਦੀਆਂ ਜਿਹੜੀਆਂ ਨੇ, 2 ਕਿਤਾਬਾਂ ਸਮਝ ਲਓ ਕਿ ਇੱਕ ਪਾਣੀ ਵਿੱਚ ਮਧਾਣੀ ਅਤੇ ਪਾਪੜ ਕਰਾਰੇ, ਅਤੇ ਬਾਕੀ ਉਹਨਾਂ ਦਾ ਕਲਾਮ ਜਿਹੜਾ ਉਹਨੂੰ ਬਾਕੀਆਤ ਅਬੀਰ ਅਬੂ ਜ਼ਰੀ ਦੇ ਨਾਂ ਤੋਂ
ਇਕੱਠਾ ਕੀਤਾ ਗਿਆ। ਉਹ ਸਾਰਾ ਕਲਾਮ ਤੇ ਦੋਨੋਂ ਕਿਤਾਬਾਂ ਰਲਾ ਕੇ ਉਹਨੂੰ ਕੁਲਿਆਤ ਦਾ ਨਾਮ ਦੇ ਦਿੱਤਾ ਗਿਆ। ਅਤੇ ਉਹਦੇ ਵਿੱਚੋਂ ਮੈਂ ਚਾਹਾਂਗਾ ਕਿ ਤੁਹਾਨੂੰ ਕੁਝ ਨਜ਼ਮਾਂ ਉਹਦੇ ਟੋਟਲ ਕਲਾਮ 'ਚੋਂ, ਦੋਨਾਂ ਕਿਤਾਬਾਂ 'ਚੋਂ ਮੈਂ ਥੋੜ੍ਹਾ ਦੱਸਦਾ ਰਹਾਂਗਾ। ਚੂँਕਿ ਬਾਬੇ ਦਾ ਕਮਾਲ ਐਸਾ ਹੈ ਔਰ ਉਹਦਾ ਕਲਾਮ ਐਸਾ ਖੂਬਸੂਰਤ ਹੈ, ਮਜ਼ਾਹੀਆ ਸ਼ਾਇਰ ਓਵਰਆਲ ਉਹਨੂੰ ਗਿਣਿਆ ਜਾਂਦਾ ਹੈ। ਲੇਕਿਨ ਉਹਦਾ ਕਲਾਮ ਐਡਾ ਸੋਹਣਾ ਹੈ ਔਰ ਐਡਾ ਚਾਸ਼ਨੀ ਨਾਲ ਭਰਿਆ ਹੋਇਆ ਕਿ ਉਹ ਮਤਲਬ ਤੁਸੀਂ ਇੱਕ ਅੱਧੀ ਨਜ਼ਮ 'ਤੇ ਇਕਤਫਾ ਨਹੀਂ ਕਰ ਸਕਦੇ ਕਿ ਬਸ ਵੀ ਇੱਕ ਅੱਧੀ ਨਜ਼ਮ ਬਾਬੇ ਦੀ ਸੁਣਾਤੀ ਹੈ ਅਤੇ ਬਹੁਤ ਹੈ, ਨਹੀਂ। ਔਰ ਮੈਂ ਅਗਰ ਤੁਹਾਨੂੰ ਯਾਦ ਹੋਵੇ ਤਾਂ ਜਿਹੜੀ ਇਸ ਚੈਨਲ 'ਤੇ ਕੋਈ ਦੋ ਨਜ਼ਮਾਂ ਜਾਂ ਦੋ ਚੀਜ਼ਾਂ ਜਿਹੜੀਆਂ ਨੇ ਪਈਆਂ ਨੇ ਪੰਜਾਬੀ 'ਚ, ਉਹਨਾਂ 'ਚੋਂ ਇੱਕ ਨਜ਼ਮ ਸਿਹਰਾ, ਉਹ ਮੈਂ ਪਹਿਲੇ ਵੀ ਬਾਬੇ ਦੀ ਰਿਕਾਰਡ ਕਰ ਚੁੱਕਿਆ ਵਾਂ, ਇਸ ਚੈਨਲ 'ਤੇ ਅਪਲੋਡ ਹੈ, ਤੁਸੀਂ ਵੇਖ ਲੈਣਾ ਪੋਇਟਰੀ ਦੇ ਪਲੇਲਿਸਟ ਜਾ ਕੇ। ਦੂਸਰੀ ਇੱਕ ਫਖਰ ਜ਼ਮਾਨ ਦੀ ਨਜ਼ਮ ਪੰਜਾਬੀ ਜ਼ੁਬਾਨ ਦੀ ਕੀਤੀ ਹੋਈ, ਅਤੇ ਇਹ ਮੇਰੇ ਹੱਥ 'ਚ ਕੁਲਿਆਤੇ ਬਾਬਾ ਅਬੀਰ ਅਬੂਜ਼ਰੀ ਹੈ ਔਰ ਬਹੁਤ ਵਧੀਆ ਕਮਾਲ ਸ਼ਾਇਰ ਸੀ। ਇਹ ਪਿੱਛੋਂ ਵੀ ਤੁਸੀਂ ਵੇਖ ਸਕਦੇ ਹੋ। ਬਾਬੇ ਦਾ ਥੋੜ੍ਹਾ ਜਿਹਾ ਤਾਰਫ ਜਿਹੜਾ ਇਹਨਾਂ ਨੇ ਇੱਥੇ ਲਿਖਿਆ ਹੈ ਉਹ ਹੈ ਨਾਮ ਅਬਦਰ ਰਸ਼ੀਦ ਹੈ, ਤਖੱਲਸ ਅਬੀਰ ਅਬੂਜ਼ਰੀ ਹੈ, ਵਾਲਦ ਦਾ ਨਾਮ ਮਹਿਰਦੀਨ ਹੈ, ਉਸਤਾਦ ਦਾ ਨਾਮ ਅਲੀ ਮੁਹੰਮਦ ਅਸਦ ਅੰਮ੍ਰਿਤਸਰੀ ਹੈ, ਜੰਮਣ ਸਾਲ ਹੈ ਜੀ ਬਾਬੇ ਦਾ 1914, ਅਤੇ ਜੰਮਣ ਭੌਂ ਹੈ ਜੀ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਇੰਡੀਆ। ਜ਼ਾਤ ਹੈ ਸ਼ੇਖ ਬੱਬਰ, ਤਾਲੀਮ ਹੈ ਪ੍ਰਾਇਮਰੀ, ਅਤੇ ਮਤਬੂਆ ਕਲਾਮ ਹੈ ਜੀ ਪਾਣੀ ਵਿੱਚ ਮਦਾਨੀ, ਪਾਪੜ ਕਰਾਰੇ ਅਤੇ ਕੁਲਿਆਤੇ ਅਬੀਰ ਅਬੂਜ਼ਰੀ। ਐਜ਼ਾਜ਼ਾਤ ਨੇ ਜੀ ਬਾਬੇ ਦੇ 17 ਸਮਾਜ ਪਾਕਿਸਤਾਨ ਸੋਸ਼ਲ ਐਸੋਸੀਏਸ਼ਨ, ਮਸੂਦ ਖੱਦਰਪੋਸ਼ ਅਵਾਰਡ 1994, ਕਿਤਾਬ ਪਾਣੀ ਵਿੱਚ ਮਦਾਨੀ ਲਈ ਇਹ ਅਵਾਰਡ ਮਿਲਿਆ ਸੀ, ਅਤੇ ਤਾਰੀਖ ਵਫਾਤ ਹੈ ਬਾਬੇ ਦੀ 7 ਦਸੰਬਰ 1997 ਬਰੋਜ਼ ਐਤਵਾਰ। ਅਤੇ ਮੇਰਾ ਖਿਆਲ ਹੈ ਕਿ ਸ਼ੁਰੂ ਕਰਨੇ, ਔਰ ਇਹਦੇ ਵਿੱਚ ਮੈਂ ਬਾਬੇ ਨੇ ਕੁਝ ਉਰਦੂ ਨਜ਼ਮਾਂ ਵੀ ਕਹੀਆਂ ਹੋਈਆਂ ਨੇ, ਉਹ ਵੀ ਮੈਂ ਵਿੱਚ ਸੁਣਾਵਾਂਗਾ। ਮੇਰਾ ਖਿਆਲ ਹੈ ਕਿ ਇਹਦੀ ਵੰਡ ਕੁਝ ਸਾਨੂੰ ਇੰਝ ਦੀ ਕਰ ਲੈਣੀ ਚਾਹੀਦੀ ਹੈ ਕਿ ਟੋਟਲ ਕੋਈ 3 ਕਿਤਾਬਾਂ 'ਚੋਂ ਅਸੀਂ ਕੋਈ 4-4 ਨਜ਼ਮਾਂ ਮੇਰੇ ਖਿਆਲ ਜਾਂ ਗਜ਼ਲਾਂ, 4-4 ਚੀਜ਼ਾਂ ਬਾਬੇ ਦੀਆਂ ਮੈਂ ਤੁਹਾਨੂੰ ਇਕੱਠੀਆਂ ਕਰ ਲਵਾਂਗਾ, ਉਹ 12 ਹੋ ਜਾਣਗੀਆਂ ਮੇਰੇ ਖਿਆਲ, ਅਤੇ 2-2 ਨਜ਼ਮਾਂ ਜਾਂ 3-3 ਨਜ਼ਮਾਂ ਮੈਂ ਇੱਕ ਵੀਡੀਓ 'ਚ ਮੇਰੇ ਖਿਆਲ ਤੁਹਾਨੂੰ ਜ਼ਰੂਰ ਸੁਣਾਵਾਂ। ਔਰ 3-4 ਵੀਡੀਓਜ਼ 'ਚ ਸਾਡਾ ਬਾਬੇ ਅਬੀਰ ਅਬੂਜ਼ਰੀ ਦੀ ਇੱਕ ਛੋਟੀ ਜਿਹੀ ਅਸੀਂ ਸੀਰੀਜ਼ ਬਣਾ ਲਾਂਗੇ ਜਾਂ ਪਲੇਲਿਸਟ ਬਣਾ ਲਾਂਗੇ। ਅਤੇ ਪਹਿਲੀ ਨਜ਼ਮ ਜਿਹੜੀ ਹੈ ਉਹ ਮੈਂ ਤੁਹਾਡੇ ਅੱਗੇ ਮੈਂ ਕੋਈ ਪਹਿਲੇ ਤੋਂ ਵੇਖ ਕੇ ਨਹੀਂ ਬੈਠਾ ਹੋਇਆ ਕਿ ਕੀ ਸੁਣਾਉਣਾ। ਮੈਨੂੰ ਤਾਂ ਅੱਧੀ ਕਿਤਾਬ ਵੈਸੇ ਹੀ ਬਾਰਹਾ ਪੜ੍ਹ ਚੁੱਕਿਆ ਵਾਂ, ਸੱਜਣਾ ਬੇਲੀਆਂ 'ਚ ਵੀ ਬਹਿ ਕੇ ਪੜ੍ਹਦੇ ਸੁਣਦੇ ਰਹੇ ਹਾਂ ਬਾਬੇ ਦੇ ਸ਼ੇਰ। ਬਾਬੇ ਦੇ ਦੋਸਤ ਜਿਹੜੇ ਸਨ ਉਹਨਾਂ ਨਾਲ ਬਾਅਦ ਵਿੱਚ ਬਹੁਤ ਜ਼ਿਆਦਾ ਮਿਲਨ ਵਰਤਨ ਰਿਹਾ ਔਰ ਉੱਠਣ ਬਹਿਣ ਰਿਹਾ। ਬਾਬੇ ਨਾਲ ਉਹੀ ਇੱਕ ਮੁਖਤਸਰ ਜੀ ਮੁਲਾਕਾਤ, ਬਹੁਤ ਛੋਟਾ ਸਮਾਂ ਉਸ ਵੇਲੇ, ਅਤੇ ਬਹਰਹਾਲ ਲੇਕਿਨ ਫਿਰ ਵੀ ਬਾਬੇ ਨੂੰ ਮੈਂ ਲਾਈਵ ਦੇਖਿਆ। ਸ਼ੈਂਪੂਆਂ ਦੀ ਦੁਕਾਨ ਸੀ ਬਾਬੇ ਦੀ, ਅਜੇ ਵੀ ਬਾਬੇ ਦੇ ਬੇਟਾ ਜਾਂ ਪੋਤਾ ਉੱਥੇ ਅਮੀਪੁਰ ਬਾਜ਼ਾਰ ਔਰ ਚਨਿਓੜ ਬਾਜ਼ਾਰ ਦੇ ਦਰਮਿਆਨ 'ਚ ਦੁਕਾਨ ਅਜੇ ਵੀ ਮੌਜੂਦ ਹੈ। ਅੱਛਾ, ਨਜ਼ਮ ਦਾ ਅਨਵਾਨ ਹੈ ਜੀ, ਪਹਿਲੀ ਨਜ਼ਮ ਮੈਂ ਤੁਹਾਡੇ ਗੋਸ਼ਗੁਜ਼ਾਰ ਕਰ ਰਹੇ ਔਰ ਖਸੂਸਨ ਜਿਹੜੇ ਸਾਡੇ ਇੰਡੀਅਨ ਵਿਊਅਰਸ ਨੇ ਇੰਡੀਅਨ ਪੰਜਾਬ ਤੋਂ, ਉਹਨਾਂ ਵਾਸਤੇ ਵੀ ਇਹ ਬੜੀ ਕਮਾਲ ਚੀਜ਼ ਹੈ। ਬਾਬੇ ਨੇ ਇੰਡੀਆ ਦਾ ਵਿਜ਼ਿਟ ਵੀ ਕੀਤਾ ਹੋਇਆ ਇੱਕ ਬਤੌਰ ਸ਼ਾਇਰ, ਔਰ ਕੁਝ ਸਾਡੇ ਸਰਦਾਰ ਦੋਸਤ ਐਸੇ ਸਨ ਉਸ ਵੇਲੇ ਵੀ ਜਿਹੜੇ ਮੈਂ ਪ੍ਰਾਹੁਣੇ ਛੱਡਣ ਗਿਆ ਸੀ ਉਹ ਸਰਦਾਰ ਹੀ ਸਨ। ਅਤੇ ਬਾਬੇ ਦੀ ਕੁਝ ਕਿਤਾਬਾਂ ਜਾਂ ਇੱਕ ਅੱਧੀ ਕਿਤਾਬ ਜਿਹੜੀ ਪਹਿਲੀ ਸੀ ਸ਼ਾਇਦ ਉਹ ਇੰਡੀਆ 'ਚ ਵੀ ਗੁਰਮੁਖੀ 'ਚ ਵੀ ਟਰਾਂਸਲੇਟ ਹੋਈ ਹੈ, ਅਤੇ ਉਹਨਾਂ ਨੂੰ ਵੀ ਜ਼ਿਆਦਾ ਲੁਤਫ ਆਏਗਾ। ਬਾਬੇ ਨੇ ਕੁਝ ਐਸੇ ਅਲਫਾਜ਼ ਇਸਤੇਮਾਲ ਕੀਤੇ ਹੋਏ ਨੇ ਆਪਣੀ ਸ਼ਾਇਰੀ 'ਚ ਜਿਹੜੇ ਕਿ ਸਾਨੂੰ ਆਮ ਬੋਲ ਚਾਲ ਬਜ਼ਾਹਰ ਨਹੀਂ ਨਜ਼ਰ ਆਉਂਦੇ, ਉਹ ਕਿਸੇ ਗ੍ਰਾਮਰ ਲੁਗਤ ਦੀ ਕਿਤਾਬ ਵਿੱਚ ਨਹੀਂ ਹੈਗੇ, ਲੇਕਿਨ ਉਹ ਫਿਰ ਵੀ ਸਾਡੇ ਕੰਨਾਂ ਨੂੰ ਮਾਨੂਸ ਲਫ਼ਜ਼ ਲੱਗਦੇ ਨੇ, ਕਿਉਂਕਿ ਉਹਨੇ ਲਫ਼ਜ਼ਾਂ ਨੂੰ ਥੋੜ੍ਹਾ ਮੋੜਿਆ ਤੋੜਿਆ ਹੋਇਆ, ਆਪਣੀ ਉਹਨੇ ਪੰਜਾਬੀਅਤ ਦਾ ਰੰਗ ਚੜ੍ਹਾਤਾ ਉਹਨਾਂ ਉਰਦੂ ਦੇ ਜਾਂ ਫਾਰਸੀ ਦੇ ਜਾਂ ਜਿਹੜੇ ਵੀ ਅਲਫਾਜ਼ ਸਨ। ਬਹਰਹਾਲ ਨਜ਼ਮ ਦਾ ਅਨਵਾਨ ਹੈ ਜੀ, ਕਿੱਥੇ ਗਏ ਖਾਲਸ ਮੱਖਣ ਦੁੱਧ ਮਖਾਣੇ ਕਿੱਥੇ ਗਏ, ਬਾਸਮਤੀ ਦੇ ਚੌਲ ਪੁਰਾਣੇ ਕਿੱਥੇ ਗਏ,
ਕਾਠੇ ਗੰਨੇ ਦੇਸੀ ਦਾਣੇ ਕਿੱਥੇ ਗਏ, ਤੰਦਰੁਸਤੀ ਦੇ ਜਾਮਨ ਖਾਣੇ ਕਿੱਥੇ ਗਏ, ਵੈਦ ਹਕੀਮ ਦਨਾ ਸਿਆਣੇ ਕਿੱਥੇ ਗਏ, ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ, ਖਾਲਸ ਮਿਰਚ ਤੇ ਖਾਲਸ ਹਲਦੀ ਕਿੱਥੇ ਗਈ, ਇੰਨੀ ਚੀਨੀ ਇੰਨੀ ਜਲਦੀ ਕਿੱਥੇ ਗਈ, ਜਿਹੜੀ ਦਾਲ ਸੀ ਛੇਤੀ ਗਲਦੀ ਕਿੱਥੇ ਗਈ, ਰੂਪ ਜਵਾਨੀ ਢਲਦੀ ਢਲਦੀ ਕਿੱਥੇ ਗਈ, ਮੁਜਰਮ ਪਕੜਨ ਵਾਲੇ ਥਾਣੇ ਕਿੱਥੇ ਗਏ, ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ। ਹੋਇਆ ਏਡਾ ਘੁੱਪ ਹਨੇਰਾ ਦਿਸਦਾ ਨਹੀਂ, ਆਪਣੀ ਮੰਜ਼ਲ ਆਪਣਾ ਡੇਰਾ ਦਿਸਦਾ ਨਹੀਂ, ਸੱਜਣ ਮਿੱਤਰ ਤੇਰਾ ਮੇਰਾ ਦਿਸਦਾ ਨਹੀਂ, ਬੱਤੀ ਵਾਲਾ ਕੋਈ ਬਨੇਰਾ ਦਿਸਦਾ ਨਹੀਂ, ਮਿਹਰ ਮੁਹੱਬਤ ਪਿਆਰ ਪੁਰਾਣੇ ਕਿੱਥੇ ਗਏ, ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ। ਸਜਦੇ ਪੈ ਪੈ ਈਦੀ ਹੱਜੀ ਰੋਨੇ ਆ, ਸ਼ਰਮਾਂ ਵਾਲਿਆ ਪਰਦੇ ਕੱਜੀ ਰੋਨੇ ਆ, ਅੰਦਰ ਵੜਵੜ ਅੱਜੀ ਭੱਜੀ ਰੋਨੇ ਆ, ਸੁਣਦਾ ਏ ਤੇ ਬੌੜੀ ਭੱਜੀ ਰੋਨੇ ਆ, ਸਾਡੇ ਭਾ ਦੇ ਹਾਸੇ ਗਾਣੇ ਕਿੱਥੇ ਗਏ, ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ। ਉੱਚੀਆਂ ਦਾਖਾਂ ਨਹੀਂ ਕੋਈ ਪੌੜੀ ਖਾਈਏ ਕੀ, ਹਰ ਸ਼ੈ ਖੱਟੀ ਖੱਟੀ ਕੌੜੀ ਖਾਈਏ ਕੀ, ਟੱਬਰਦਾਰੀ ਲੰਮੀ ਚੌੜੀ ਖਾਈਏ ਕੀ, ਕਿਸੇ ਦੀ ਲਾ ਨਹੀਂ ਸਕਦੇ ਧੌੜੀ ਖਾਈਏ ਕੀ, ਸਾਡੇ ਹਿੱਸੇ ਖਸਮ ਨੂੰ ਖਾਣੇ ਕਿੱਥੇ ਗਏ, ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ। ਦਹੀਂ ਨਾਲ ਟੁੱਕ ਖਵਾਉਣ ਵਾਲੀ ਮਰ ਗਈ ਮਾਂ, ਠੰਡ ਕਲੇਜੇ ਪਾਵਣ ਵਾਲੀ ਮਰ ਗਈ ਮਾਂ, ਸਾਡਾ ਬੋਝ ਉਠਾਵਣ ਵਾਲੀ ਮਰ ਗਈ ਮਾਂ, ਸੀਨੇ ਨਾਲ ਲਗਾਵਣ ਵਾਲੀ ਮਰ ਗਈ ਮਾਂ, ਭਲੇ ਜ਼ਮਾਨੇ ਸਮੇਂ ਸੁਹਾਣੇ ਕਿੱਥੇ ਗਏ, ਕਰਮਾਂ ਵਾਲੇ ਬੀਬੇ ਰਾਣੇ ਕਿੱਥੇ ਗਏ। ਔਰ ਪਹਿਲੀ ਨਜ਼ਮ ਤੁਸੀਂ ਸੁਣੀ। ਚਲੋ ਇੱਕ ਨਜ਼ਮ ਤੁਹਾਨੂੰ ਹੋਰ ਸੁਣਾਉਣਾ ਵਾ। ਵੈਸੇ ਤਾਂ ਇਹ ਨਜ਼ਮ ਅਲੱਗ ਤੋਂ ਰਿਕਾਰਡ ਹੋਣੀ ਚਾਹੀਦੀ ਹੈ। ਕੋਸ਼ਿਸ਼ ਕਰਾਂਗਾ ਵੀ ਕਿ ਇਹਨੂੰ ਸ਼ਾਇਦ ਮੈਂ ਟੋਟਾ ਅਲੱਗ ਕੱਟ ਕੇ ਤੁਹਾਨੂੰ ਪੇਸ਼ ਕਰਾਂ, ਜਾਂ ਇਕੱਠਾ ਵੀ ਰਹਿਣ ਦਿੱਤਾ ਜਾ ਸਕਦਾ। ਬਹਰਹਾਲ ਨਜ਼ਮ ਦਾ ਅਨਵਾਨ ਹੈ ਜੀ ਸਾਨੂੰ ਕੀ। ਈਦਾਂ ਹੋਵਣ ਜਾਂ ਸ਼ਬਰਾਤਾਂ ਸਾਨੂੰ ਕੀ, ਛੱਡੋ ਜੀਏ ਗੱਲਾਂ ਬਾਤਾਂ ਸਾਨੂੰ ਕੀ, ਦੱਸੋ ਕਾਹਦੇ ਨਾਲ ਮਨਾਈਏ ਈਦਾਂ ਨੂੰ, ਕਿਹੜੀ ਖੁਸ਼ੀ 'ਚ ਨਗਮੇ ਗਾਈਏ ਈਦਾਂ ਨੂੰ, ਕਿੱਥੋਂ ਪਾਈਏ ਪੀਏ ਖਾਈਏ ਈਦਾਂ ਨੂੰ, ਕਾਹਦੇ ਉੱਤੇ ਖ਼ਤਮ ਦਵਾਈਏ ਈਦਾਂ ਨੂੰ, ਚਾੜ੍ਹਨ ਦੇਗਾਂ ਭਰਨ ਭਰਾਤਾਂ ਸਾਨੂੰ ਕੀ, ਛੱਡੋ ਜੀਏ ਗੱਲਾਂ ਬਾਤਾਂ ਸਾਨੂੰ ਕੀ। ਬਾਹਰ ਦੀਆਂ ਜੇ ਏਡਾਂ ਨੇ ਤੇ ਵੱਡਿਆਂ ਲਈ, ਮੁਲਕ ਦੀਆਂ ਜੇ ਭੇਡਾਂ ਨੇ ਤੇ ਵੱਡਿਆਂ ਲਈ, ਪੁੱਠੀਆਂ ਸਿੱਧੀਆਂ ਖੇਡਾਂ ਨੇ ਤੇ ਵੱਡਿਆਂ ਲਈ, ਲੇਬਰ ਦੀਆਂ ਪਰੇਡਾਂ ਨੇ ਤੇ ਵੱਡਿਆਂ ਲਈ, ਵੱਡਿਆਂ ਲਈ ਨੇ ਰੂਹ ਰਾਤਾਂ ਸਾਨੂੰ ਕੀ, ਛੱਡੋ ਜੀਏ ਗੱਲਾਂ ਬਾਤਾਂ ਸਾਨੂੰ ਕੀ। ਮਾਨਨ ਬੰਗਲੇ 12 ਦਰੀਆਂ ਸਾਨੂੰ ਕੀ, ਵਰਤਨ ਚੀਜ਼ਾਂ ਖਰੀਆਂ ਖਰੀਆਂ ਸਾਨੂੰ ਕੀ, ਪਹਿਨਨ ਪੱਟ ਹੰਡਾਵਨ ਜ਼ਰੀਆਂ ਸਾਨੂੰ ਕੀ, ਡੈਣਾ ਬਣ ਬਣ ਬੈਠਣ ਪਰੀਆਂ ਸਾਨੂੰ ਕੀ, ਭਾਵੇਂ ਬਾਂਦਰ ਪਾਉਣ ਬਨਾਤਾਂ ਸਾਨੂੰ ਕੀ, ਛੱਡੋ ਜੀਏ ਗੱਲਾਂ ਬਾਤਾਂ ਸਾਨੂੰ ਕੀ। ਫਿਰਦੇ ਕਾਰਾਂ ਤੇ ਇੰਪੋਰਟਰ ਮੌਜਾਂ ਨਾਲ, ਚੋਰ ਸਮਗਲਰ ਝੂਟਨ ਮੋਟਰ ਮੌਜਾਂ ਨਾਲ, ਕਰਨ ਅਟੈਂਡ ਕਲੱਬਾਂ ਹੂਟਰ ਮੌਜਾਂ ਨਾਲ, ਢਿੱਡਲ ਮੋਟੂ ਗੰਜੇ ਟੋਟਰ ਮੌਜਾਂ ਨਾਲ, ਦਿਨੇ ਦੁਪਹਿਰੇ ਮਾਨਨ ਰਾਤਾਂ ਸਾਨੂੰ ਕੀ, ਛੱਡੋ ਜੀਏ ਗੱਲਾਂ ਬਾਤਾਂ ਸਾਨੂੰ ਕੀ। ਗੱਲਾਂ ਬਾਤਾਂ ਨਾਲ ਅਬੀਰਾ ਫਾਇਦਾ ਕੀ, ਵਗਦੇ ਹੋਏ ਨਾ ਸੂਰ ਤੇ ਚੀਰਾ ਫਾਇਦਾ ਕੀ,
ਦਸਨ ਨਾਲ ਸਟੋਰ ਜ਼ਖੀਰਾ ਫਾਇਦਾ ਕੀ, ਅੰਨੀਆਂ ਅੱਖਾਂ ਵਿੱਚ ਮਮੀਰਾ ਫਾਇਦਾ ਕੀ, ਮੁਰਦਾ ਹੁੰਦੀਆਂ ਜਾਨ ਹਯਾਤਾਂ ਸਾਨੂੰ ਕੀ, ਛੱਡੋ ਜੀਏ ਗੱਲਾਂ ਬਾਤਾਂ ਸਾਨੂੰ ਕੀ। मेरा ख्याल अज ਲਈ ਇੰਨਾ ਹੀ बहुत है और दोबारा ਤੁਹਾਡੇ ਨਾਲ अगली नशिस्त ਵਿੱਚ मुलाकात होएगी। अगली वीडियो 'ਚ बाबा वीर अबू ज़री ਦਾ ਹੀ कलाम ਅਸੀਂ ਕੁਝ ਅਗਲੀਆਂ 2-3 ਵੀਡੀਓਜ਼ 'ਚ ਤੁਹਾਡੀ ਖਿਦਮਤ ਵਿੱਚ ਪੇਸ਼ ਕਰਾਂਗੇ। ਜਿਉਂਦੇ ਵਸਦੇ ਰਹੋ। बहुत ਮੁਹੱਬਤਾਂ ਤੁਹਾਡੇ ਵਾਸਤੇ।